ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਓ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਪਿਛਲੇ ਸ਼ੁੱਕਰਵਾਰ ਇਸ ਜਗ੍ਹਾ ਤੇ ਵਿਚਾਰ ਛੱਡੀ ਸੀ ਜਾਂ ਖਤਮ ਕੀਤੀ ਸੀ। ਅਸੀਂ ਸਮਝ ਰਹੇ ਸਾਂ ਕਿ ਧੀਰਜ ਕੀ ਹੈ। ਸੋ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਪ੍ਰਮਾਣਾਂ ਰਾਹੀਂ ਸਮਝਾ ਰਹੇ ਸਨ ਕਿ ਗੁਰੂ ਦੇ ਸਿੱਖ ਵਿੱਚ ਇਸ ਤਰ੍ਹਾਂ ਦਾ ਧੀਰਜ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਦਾ ਧੀਰਜ ਧਰਤੀ ਰੱਖਦੀ ਹੈ। ਧਰਤੀ ਨੂੰ ਚਾਹੇ ਕੋਈ ਪੁੱਟੀ ਜਾਏ ਤੇ ਚਾਹੇ ਕੋਈ ਇਹਨੂੰ ਚੰਦਨ ਦੇ ਨਾਲ ਲੇਪ ਕਰੀ ਜਾਏ, ਇਹ ਨਾ ਪੁੱਟਣ ਵਾਲੇ ਨੂੰ ਵੱਧ ਅਸੀਸਾਂ ਦਿੰਦੀ ਹੈ ਤੇ ਨਾ ਚੰਦਨ ਦਾ ਲੇਪ ਕਰਨ ਵਾਲੇ ਨੂੰ ਅਸੀਸਾਂ ਦਿੰਦੀ ਹੈ। ਇਹ ਦੋਵਾਂ ਨੂੰ ਕੁਛ ਨਹੀਂ ਆਖਦੀ, ਸਗੋਂ ਦੋਵਾਂ ਦੇ ਕਰਮਾਂ ਉੱਤੇ ਛੱਡ ਦਿੰਦੀ ਹੈ ਕਿ ਜਿਹੋ ਜਿਹੇ ਤੁਹਾਡੇ ਕਰਮ ਨੇ, ਤੁਹਾਡੇ ਕਰਮਾਂ ਦਾ ਬੀਜਿਆ ਹੋਇਆ ਬੀਜ ਹੀ ਪ੍ਰਫੁੱਲਤ ਹੋਏਗਾ ਤੇ ਉਹ ਤੁਹਾਨੂੰ ਮਿਲ ਜਾਏਗਾ। ਮੈਨੂੰ ਕੁਝ ਆਖਣ ਦੀ ਜ਼ਰੂਰਤ ਨਹੀਂ। ਸੋ ਅਸੀਂ ਇਹ ਗੱਲ ਸਮਝ ਰਹੇ ਸਾਂ ਕਿ ਸਾਡੇ ਅੰਦਰ ਹਰ ਸੌਖ ਤੇ ਹਰ ਵਿਪਤਾ ਵੇਲੇ ਅਡੋਲ ਚਿੱਤ ਰਹਿਣ ਦਾ ਹੌਸਲਾ ਜਾਂ ਧੀਰਜ ਹੋਣਾ ਚਾਹੀਦਾ ਹੈ। ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਡੋਲ ਜਾਂਦੇ ਹਾਂ ਤੇ ਛੋਟੀਆਂ ਛੋਟੀਆਂ ਗੱਲਾਂ ਤੋਂ ਹੀ ਆਪਣੇ ਵਿੱਚ ਹਉਮੈ ਪੈਦਾ ਕਰ ਲੈਂਦੇ ਹਾਂ ਕਿ ਸ਼ਾਇਦ ਮੇਰੇ ਵਰਗਾ ਕੋਈ ਹੋਰ ਨਹੀਂ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ ਸਾਨੂੰ ਰਹਿਣਾ ਚਾਹੀਦਾ ਹੈ। ਸੋ ਜੋ ਅੱਜ ਅਸੀਂ ਗੱਲ ਪ੍ਰਾਰੰਭ ਕਰਨੀ ਹੈ, ਜਿਸ ਵਿੱਚ ਆਪਾਂ ਸਮਝਿਆ ਸੀ ਕਿ ਭਾਈ ਸੰਤੋਖ ਸਿੰਘ ਜੀ ਨੇ ਇਹ ਜਿਹੜੇ 5 ਗੁਣ ਅਸੀਂ ਇਸ ਪਾਸੇ ਵੇਖਦੇ ਹਾਂ, ਖੱਬੇ ਪਾਸੇ, ਇਹਨਾਂ ਵਿੱਚ ਅਹਿੰਸਾ, ਸੱਚ, ਚੋਰੀ ਨਾ ਕਰਨਾ, ਬ੍ਰਹਮਚਰਜ ਦੇ ਧਾਰਨੀ ਹੋਣਾ ਅਤੇ ਮਨ ਵਿੱਚ ਧੀਰਜ ਰੱਖਣਾ, ਹੌਸਲਾ ਰੱਖਣਾ। ਇਸ ਦੇ ਨਾਲ ਨਾਲ ਭਾਈ ਸਾਹਿਬ ਜੀ ਨੇ ਸਾਨੂੰ 2 ਹੋਰ ਗੁਣ ਸਮਝਾਏ ਸਨ ਜਿਨ੍ਹਾਂ ਨੂੰ ਆਪਾਂ ਹੁਣ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਪਹਿਲਾ ਗੁਣ ਹੈ ਮਨ ਨੂੰ ਨੀਵਾਂ ਰੱਖਣਾ। ਤੇ ਜਦੋਂ ਆਪਾਂ ਮਨ ਨੂੰ ਨੀਵਾਂ ਰੱਖਣ ਦੀ ਗੱਲ ਕਰਦੇ ਹਾਂ, ਵੈਸੇ ਤੇ ਆਪਾਂ ਸਿੱਖ ਲੋਕ ਜਦੋਂ ਵੀ ਨਿਤਨੇਮ ਕਰਦੇ ਹਾਂ ਸਵੇਰੇ ਸ਼ਾਮ ਜਾਂ ਗੁਰਦੁਆਰੇ ਦੇ ਅੰਦਰ, ਉਸ ਤੋਂ ਬਾਅਦ ਅਰਦਾਸ ਕਰਦੇ ਹਾਂ ਤੇ ਅਰਦਾਸ ਵਿੱਚ ਇਹ ਮੰਗ ਮੰਗੀ ਜਾਂਦੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੋਂ, ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਅੱਜ ਅਸੀਂ ਭਾਵੇਂ ਅਰਦਾਸ ਤੇ 2-4 ਵਾਰੀ ਹਰ ਰੋਜ਼ ਕਰਦੇ ਹਾਂ ਪਏ, ਪਰ ਕੀ ਕਦੀ ਅਸੀਂ ਸੋਚਿਆ ਹੈ ਕਿ ਸਾਡਾ ਮਨ ਨੀਵਾਂ ਹੈ ਤੇ ਮੱਤ ਉੱਚੀ ਹੈ? ਹਮੇਸ਼ਾ ਵੇਖਣ ਵਿੱਚ ਐਸਾ ਹੁੰਦਾ ਹੈ ਕਿ ਸਾਡੀ ਮੱਤ ਨੀਵੀਂ ਹੋ ਗਈ ਹੈ ਤੇ ਸਾਡਾ ਮਨ ਬਹੁਤ ਹੀ ਉੱਚਾ ਹੋ ਗਿਆ। ਇਹ ਗੱਲ ਸਮਝਣੀ ਅੱਜ ਦੇ ਵਕਤ ਹੀ ਨਹੀਂ, ਸਗੋਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅਤੀ ਜ਼ਰੂਰੀ ਹੈ ਕਿ ਸਾਨੂੰ ਆਪਣਾ ਮਨ ਨੀਵਾਂ ਰੱਖਣਾ ਚਾਹੀਦਾ ਹੈ, ਮੱਤ ਉੱਚੀ ਰੱਖਣੀ ਚਾਹੀਦੀ ਹੈ। ਜੇ ਸਾਡਾ ਮਨ ਉੱਚਾ ਹੋਏਗਾ ਤੇ ਸਾਡੀ ਮੱਤ ਅਸੀਂ ਕੁਝ ਸਮਝ ਹੀ ਨਹੀਂ ਪਾਵਾਂਗੇ ਕਿ ਅਸੀਂ ਜ਼ਿੰਦਗੀ ਵਿੱਚ ਕਰਨਾ ਕੀ ਹੈ, ਅਸੀਂ ਪਰਿਵਾਰ ਵਿੱਚ ਜਾਂ ਆਪਣੇ ਸਮਾਜ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ, ਸਾਨੂੰ ਕੀ ਕੀ ਇਹਨਾਂ ਚੀਜ਼ਾਂ ਤੋਂ ਲਾਭ ਤੇ ਹਾਨੀਆਂ ਹੋ ਸਕਦੇ ਨੇ। ਇਹ ਚੀਜ਼ਾਂ ਅਸੀਂ ਸਮਝ ਹੀ ਨਹੀਂ ਪਾਵਾਂਗੇ ਜੇ ਸਾਡੀ ਮੱਤ ਨੀਵੀਂ ਹੋਈ। ਔਰ ਅੱਜ ਵੇਖਣ ਵਿੱਚ ਤੇ ਐਸਾ ਹੀ ਆ ਰਿਹਾ ਹੈ ਕਿ ਜੋ ਗੁਰਦੁਆਰਿਆਂ ਦੇ ਅੰਦਰ, ਧਰਮ ਮੰਦਰਾਂ ਦੇ ਅੰਦਰ ਜਾਂ ਸਾਡੇ ਸਮਾਜ ਦੇ ਅੰਦਰ ਜੋ ਕੁਰੀਤੀਆਂ ਆਈਆਂ ਨੇ, ਇਹ ਸਿਰਫ ਇਸ ਕਰਕੇ ਆਈਆਂ ਨੇ ਕਿ ਸਾਡਾ ਮਨ ਉੱਚਾ ਹੋ ਗਿਆ ਤੇ ਸਾਡੀ ਮੱਤ ਨੀਵੀਂ ਹੋ ਗਈ।
सो रखना मन नूं नीवां सी। गुरु नानक देव महाराज जी ने मन नीवा रखने की जिहड़ी ताकीद सानूं कीती है, वो आखदे ने मिठत नीवी नानका गुण चंगियाइयां तत। जिहड़ी निम्रता है, जिहड़ा न्यू जाना है, जिहड़ा झुक जाना है, एक बहुत मिठा रस है। इस निवान विच, इस निम्रता विच एक बहुत ही मिठास भरिया गुण है। अते केवल मिठास भरिया ही गुण नहीं, सगों संसार विच जिन्नियां चंगियाइयां ने, जिन्हां नूं साडे समाजिक लोग चंगे गुण मनदे ने, उन्हां सारियां चंगियाइयां विचों सब तो श्रेष्ठ गुण है निम्रता। निम जाना, झुक जाना, अपने आप नूं छोटा महसूस करना, अपने आप नूं जिवें अहंकार ना करना किसी भी गल का। पर दूसरे पासे सतगुरु जी ने आख्या, सब को निवै आप को, पर को निवै ना कोई। इस दुनिया दे अंदर ये जिहड़ा मिठा निम्रता वाला गुण सी, ये बहुत ही चंगा सी, सब चंगियाइयां तो चंगा सी। पर असीं जदों किते निउंदे हां, जदों किते निम्रता विच विचरदे हां, अपने स्वार्थ लई, ना कि दूसरे दे भले लई। सब को नीवें आप कहो, अपने स्वार्थ लई सानू नीवा होना पवे ते असीं हो जाने आ। पर को नीवें ना कोई, पर स्वार्थ लई कोई नहीं झुकदा, कोई नहीं नीवा हुंदा। पर धर धर आजो तोलीए निवें सो गौरा होए। गौरे दा अर्थ हुंदा भारा होना। गुरु साहब उदाहरण लेंदे ने कि तुसीं किसे चीज नूं तकड़ी दे पलड़ियां विच, तराजू दे पलड़ियां विच रख के वेखो, जेड़ा पलड़ा झुक जाएगा, जेड़ा पासा नीवा हो जाएगा, वो भारा होएगा। भाव वो गुनाह करके भी भारा होएगा, ते संसार विच उहदे गुनाह करके उसदी वैल्यू या उसदी कीमत भी वधेरे होएगी। सो सानू निम्रता विच रहना गुरु नानक देव महाराज सिखाउंदे ने। दूसरा बचन जो भाई साहब जी ने लिखिया, गुनाह दा अहंकार नहीं करना, ये दूसरा बचन है भाई संतोख सिंह जी ने जो लिखिया। ते गुरु पहले पातशाह गुरु नानक देव जी गुरबाणी में सानू समझाउंदे ने कि जिन्ना चिर मनुख गुणां दा अहंकार करदा है, उन्ना चिर ये रब दे दर ते प्रवान नहीं हुंदा। चाहे जिन्ना मर्जी सियाणा होवे, जिन्ना मर्जी चातुर ते चलाक होवे, जिन्ना मर्जी लोकां नूं अपने हत्थां दीआं उंगलां ते नचाउण जाणदा होवे, हेरा फेरी ठगी ठोरी नाल लोकां नूं धोखा दे के फरेबी दे नाल धन लुट के घर लिआउणा जाणदा होवे, जो मर्जी कर सकता होवे। पर सतगुरु आखदे ने, जे इस मनुख नूं अपने इन्हां गुणां दा अहंकार है, भावें वो गुण विद्या दा होवे, भावें वो गुण किसी राजनीतिक अहुदे दा होवे, भावें वो गुण किसी धन पदार्थ दा होवे, भावें वो गुण साडे किसी उच्चे अहुदे दा होवे, वो रब नूं भाउंदा नहीं। जे उहदे पिछे अहंकार है तां गुरु साहब जी ने आख्या, खरी सियाणी कंत ना भाणी, माया लागी भरम भुलानी। ये जीव रूप इस्तरी भावें किन्नी ही सियाणी होवे, असीं जपजी साहब पढ़दे हां ना, सहस सियाणपां लख हो है तां एक ना चलै नाल। चाहे साडे अंदर सहस मैंने हजारां सियाणपां होण, हजारां छड्ड के लखां होण, पर जिहड़ियां वो सियाणपां ने जिन्ना चिर साडे मन विच निम्रता नहीं आउंदी,
ਜਿੰਨਾ ਚਿਰ ਅਸੀਂ ਅਹੰਕਾਰ ਦਾ ਪੱਲਾ ਨਹੀਂ ਛੱਡਦੇ, ਉਹਨਾਂ ਚਿਰ ਸਾਡੀਆਂ ਸਿਆਣਪਾਂ, ਸਾਡੀਆਂ ਚਤੁਰਾਈਆਂ ਰੱਬ ਦੇ ਘਰ ਸਾਨੂੰ ਪ੍ਰਵਾਨ ਨਹੀਂ ਹੋਣ ਦੇਣਗੀਆਂ। ਖਰੀ ਸਿਆਣੀ ਕੰਤ ਨਾ ਪਾਣੀ। ਇਹ ਜੀਵ ਰੂਪ ਇਸਤਰੀ ਭਾਵੇਂ ਕਿੰਨੀ ਹੀ ਸਿਆਣੀ ਚਤੁਰ ਕਿਉਂ ਨਾ ਹੋਵੇ, ਪਰ ਆਪਣੇ ਕੰਤ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਇਹ ਭਾਉਂਦੀ ਨਹੀਂ, ਇਹ ਚੰਗੀ ਨਹੀਂ ਲੱਗਦੀ। ਮਾਇਆ ਲਾਗੀ ਭਰਮ ਭੁਲਾਣੀ। ਇਹ ਜੀਵ ਰੂਪ ਇਸਤਰੀ ਆਪਣੇ ਆਪ ਨੂੰ ਸਿਆਣੀ ਮੰਨਦੀ ਏ, ਪਰ ਇਹ ਮਾਇਆ ਦੇ ਭਰਮ ਵਿੱਚ ਪੈ ਕੇ ਭੁੱਲੀ ਹੋਈ ਏ। ਮਾਇਆ ਅਸੀਂ ਕਈ ਵਾਰੀ ਸਮਝਿਆ ਇਸ ਗੱਲ ਨੂੰ ਕਿ ਮਾਇਆ ਕੀ ਏ। ਉਹ ਹਰ ਵਸਤੂ, ਉਹ ਹਰ ਪਦਾਰਥ, ਉਹ ਹਰ ਦਿਸਦੀ ਔਰ ਅਣਦਿਸਦੀ ਚੀਜ਼ ਜਿਸ ਦੀ ਪ੍ਰਾਪਤੀ ਦੇ ਕਾਰਨ ਸਾਨੂੰ ਰੱਬ ਵਿਸਰੇ, ਉਸ ਨੂੰ ਮਾਇਆ ਆਖਦੇ ਨੇ। ਸੋ ਅਸੀਂ ਮਾਇਆ ਦੇ ਭਰਮ ਭੁਲੇਖੇ ਵਿੱਚ ਪਏ ਹੋਏ ਹਾਂ, ਤੇ ਇਹ ਜਿਹੜੀ ਸਾਡੀ ਸਿਆਣਪ ਏ, ਇਹ ਰੱਬ ਜੀ ਨੂੰ ਚੰਗੀ ਨਹੀਂ ਲੱਗਦੀ। ਫਿਰ ਗੁਰੂ ਸਾਹਿਬ ਨੇ ਆਖਿਆ, ਹਉਮੈ ਜਾਈ ਤਾਂ ਕੰਤ ਸਮਾਈ। ਜੇ ਇਸ ਨੂੰ ਆਪਣੇ ਸਿਆਣੇ ਹੋਣ ਦਾ ਮਾਨ, ਅਹੰਕਾਰ ਇਹਦੇ ਮਨ ਵਿੱਚੋਂ ਚਲਾ ਜਾਏ, ਹਉਮੈ ਜਾਈ ਜੇ ਚਲਾ ਜਾਏ ਅਹੰਕਾਰ, ਤਾਂ ਕੰਤ ਸਮਾਈ, ਤਾਂ ਇਹ ਆਪਣੇ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਵਰ ਦੇ ਅੰਕ ਵਿੱਚ ਸਮਾ ਜਾਏਗੀ। ਤਉ ਕਾਮਨ ਪਿਆਰੇ ਨਾਵ ਨਿਧ ਪਾਈ। ਕਾਮਨ ਮੈਨੇ ਇਸਤਰੀ, ਇਹ ਜੀਵ ਰੂਪ ਇਸਤਰੀ ਉਸ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਵੇਗੀ। ਮਾਨੋ ਇਹ 9 ਨਿਧੀਆਂ ਪ੍ਰਾਪਤ ਕਰ ਲਵੇਗੀ। 9 ਨਿਧੀਆਂ ਤੋਂ ਮਤਲਬ ਹੁੰਦਾ ਹੈ ਸੰਸਾਰ ਦੇ ਸਾਰੇ ਹੀ ਖਜ਼ਾਨੇ, ਜਿੰਨੇ ਵੀ ਪ੍ਰਕਾਰ ਦੇ ਨੇ, ਉਹ ਸਾਰੇ ਹੀ ਖਜ਼ਾਨੇ ਇਸ ਨੂੰ ਪ੍ਰਾਪਤ ਹੋ ਜਾਣਗੇ, ਜੇਕਰ ਇਹਦੇ ਅੰਦਰੋਂ ਹਉਮੈ ਖਤਮ ਹੋ ਜਾਏ ਤੇ ਇਹ ਕੰਤ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਚੜ ਜਾਏ। ਸੋ ਇਹ 2 ਗੁਣ ਭਾਈ ਸੰਤੋਖ ਸਿੰਘ ਨੇ ਸਾਨੂੰ ਇਹਨਾਂ 5 ਗੁਣਾਂ ਦੇ ਨਾਲ ਨਾਲ ਹੋਰ ਧਾਰਨ ਕਰਨ ਵਾਸਤੇ ਆਖਿਆ ਸੀ। ਸੋ ਆਪਾਂ ਕੇਵਲ ਸੁਣ ਕੇ ਨਹੀਂ ਚਲੇ ਜਾਣਾ, ਕੇਵਲ ਸੁਣਾ ਕੇ ਵੀ ਨਹੀਂ ਚਲੇ ਜਾਣਾ, ਇਹਨਾਂ ਗੁਣਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਨੀ। ਕਿਹੜੇ ਕਿਹੜੇ ਗੁਣ ਅਪਣਾਉਣੇ ਨੇ? ਪਹਿਲਾ ਅਹਿੰਸਾ। ਹਿੰਸਾ ਅਸੀਂ ਸਮਝਿਆ ਸੀ 2 ਤਰ੍ਹਾਂ ਦੀ ਏ। ਕਿਸੇ ਦਾ ਦਿਲ ਦਿਖਾਉਣਾ ਵੀ ਹਿੰਸਾ ਹੁੰਦੀ ਏ, ਕਿਸੇ ਜੀਵ ਨੂੰ ਮਾਰਨਾ ਵੀ ਹਿੰਸਾ ਹੁੰਦੀ ਏ। ਸੋ ਅਹਿੰਸਾ ਦੇ ਪੁਜਾਰੀ ਬਣਨਾ, ਭਾਵ ਨਾ ਕਿਸੇ ਦਾ ਦਿਲ ਦਿਖਾਉਣਾ ਤੇ ਨਾ ਜੀਵਾਂ ਦੀ ਹੱਤਿਆ ਕਰਨੀ। ਸੱਚ ਦੇ ਧਾਰਨੀ ਰਹਿਣਾ। ਜੋ ਵੀ ਜ਼ਿੰਦਗੀ ਵਿੱਚ ਸਾਨੂੰ ਘਾਟਾ ਹੋਵੇ, ਭਾਵੇਂ ਵਾਧਾ ਹੋਵੇ, ਨਫਾ ਹੋਵੇ, ਭਾਵੇਂ ਨੁਕਸਾਨ ਹੋਵੇ, ਪਰ ਸੱਚ ਦਾ ਪੱਲਾ ਨਾ ਛੱਡਣਾ। ਚੋਰੀ ਕਦੇ ਭੁੱਲ ਕੇ ਵੀ ਨਾ ਕਰਨਾ। ਅਸੀਂ ਸਮਝਿਆ ਸੀ ਗੁਰੂ ਜੀ ਦੀ ਬਾਣੀ ਵਿੱਚੋਂ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਫਿਰ ਅਸੀਂ ਬ੍ਰਹਮਚਰਜ ਨੂੰ ਸਮਝਿਆ ਸੀ ਕਿ ਆਪਣੇ ਪਰਿਵਾਰ ਵਿੱਚ ਰਹਿਣਾ, ਆਪਣੇ ਬੱਚਿਆਂ ਵਿੱਚ ਰਹਿਣਾ, ਤੇ ਆਪਣੇ ਮਨ ਤੇ ਗਿਆਨ ਤੇ ਕਰਮ ਇੰਦਰੀਆਂ ਉੱਤੇ ਕੰਟਰੋਲ ਰੱਖਣਾ। ਫਿਰ ਅਸੀਂ ਹੁਣੇ ਧੀਰਜ ਸਮਝਿਆ ਕਿ ਔਖ ਸੌਖ ਵਿੱਚ, ਵਿਪਤਾ ਵੇਲੇ, ਖੁਸ਼ੀ ਗਮੀ ਵੇਲੇ ਹੌਸਲੇ ਵਿੱਚ ਰਹਿਣਾ, ਮਨ ਨੂੰ ਟਿਕਾ ਕੇ ਰੱਖਣਾ। ਤੇ 2 ਅਸੀਂ ਬਚਨ ਸਮਝੇ ਭਾਈ ਸੰਤੋਖ ਸਿੰਘ ਜੀ ਪਾਸੋਂ, ਨਿਮਰਤਾ ਦੇ ਧਾਰਨੀ ਹੋਣਾ ਅਤੇ ਗੁਣਾਂ ਦਾ ਅਹੰਕਾਰ ਨਾ ਕਰਨਾ। ਇਹ 7 ਚੀਜ਼ਾਂ ਅਸੀਂ, ਇੱਕ ਜਿਹੜਾ ਪਹਿਲਾ ਪੁਆਇੰਟ ਸੀ ਯਮ, ਉਹਦੇ ਅੰਤਰਗਤ ਸਮਝੀਆਂ ਹਨ। ਇਹਨਾਂ 7 ਚੀਜ਼ਾਂ ਨੂੰ ਨੋਟ ਕਰ ਲਓ। ਚਾਹੀਦਾ ਤੇ ਸਾਨੂੰ ਲਿਖ ਲੈਣੀਆਂ ਇਹ ਚੀਜ਼ਾਂ, ਤੇ ਫਿਰ ਇਹਨਾਂ ਉੱਤੇ ਜੀਵਨ ਵਿੱਚ ਅਮਲ ਕਰਨਾ। ਪਰ ਇਸ ਤਰ੍ਹਾਂ ਆਪਾਂ ਕਰਦੇ ਨਹੀਂ ਆ, ਕਰਨਾ ਚਾਹੀਦਾ। ਸੋ ਦੂਸਰਾ ਪੁਆਇੰਟ ਹੈ ਸਾਡਾ ਨਿਯਮ। ਨਿਯਮ ਆਪਾਂ ਸਾਰੇ ਸਮਝਦੇ ਹੀ ਹਾਂ। ਕੋਈ ਅਸੂਲ ਜੋ ਅਸੀਂ ਬਣਾ ਲਈਏ, ਕੋਈ ਅਸੀਂ ਜਿਹੜੇ ਆਪਣੇ ਪਰਿਵਾਰ ਦੇ, ਆਪਣੇ ਸਮਾਜ ਦੇ, ਆਪਣੀ ਕਿਸੇ ਸੰਸਥਾ ਦੇ ਕੋਈ ਸਿਧਾਂਤ ਘੜ ਲਈਏ,
ਉਹਨਾਂ ਨੂੰ ਨਿਯਮ ਆਖਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਆਖਦੇ ਨੇ, ਮਨ ਅਤੇ ਇੰਦਰੀਆਂ ਨੂੰ ਵਿਕਾਰਾਂ ਤੋਂ ਵਰਜਨ ਅਤੇ ਸ਼ੁਭ ਗੁਣਾਂ ਦੇ ਨੇਮ ਧਾਰਨ ਰੂਪ ਸਾਧਨ, ਉਸ ਨੂੰ ਨਿਯਮ ਆਖਦੇ ਨੇ। ਜਿਨ੍ਹਾਂ ਨਿਯਮਾਂ ਦੇ ਅਧੀਨ ਅਸੀਂ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਹੈ ਤੇ ਔਗਣਾਂ ਦਾ ਤਿਆਗ ਕਰਨਾ ਹੈ। ਤੇ ਨੇਮ ਦਾ ਅਰਥ ਹੁੰਦਾ ਹੈ ਨਿਤਾ ਪ੍ਰਤੀ ਕਰਨ ਵਾਲੀ ਕੋਈ ਚੀਜ਼, ਜਿਸ ਨੂੰ ਅਸੀਂ ਸਿੱਖ ਲੋਕ ਬਹੁਤ ਵਾਰੀ ਆਖਦੇ ਹਾਂ, ਅਸੀਂ ਸਵੇਰੇ ਨਿਤਨੇਮ ਕਰਦੇ ਹਾਂ, ਅਸੀਂ ਸ਼ਾਮ ਨੂੰ ਨਿਤਨੇਮ ਕਰਦੇ ਹਾਂ। ਨਿਤਨੇਮ ਦਾ ਮਤਲਬ ਹੈ ਕਿ ਹਰ ਰੋਜ਼ ਕਿਸੇ ਨਿਯਮ ਅਨੁਸਾਰ ਕੀਤਾ ਜਾਣ ਵਾਲਾ ਕਰਮ। ਨਿਤ ਹਰ ਰੋਜ਼ ਨਿਯਮ ਮੁਤਾਬਕ, यानी मैं एक नेम बना लिया है कि आ एक चीज मैं हर रोज करनी है, उसनूं नियम आखदे ने। सो असी नियम किहड़े धारण करने ने? सवेरे शाम सिमरन करना, बाणी दा पाठ करना, इत्यादि सारा दिन वाहिगुरू जी नूं याद रखना, ये बड़े चंगे नियम ने। इन्हां नियमां नूं धारण करन दे नाल नाल असी 5 इखलाकी गुण धारण करने ने। ਉਹ 5 ਇਖਲਾਕੀ ਗੁਣ ਜਿਹੜੇ ਵਿਅਕਤੀਗਤ ਰੂਪ ਵਿੱਚ ਹੁੰਦੇ ਨੇ, ਅਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਿੱਛੇ ਜਿਹੜੇ ਅਸੀਂ 5 ਗੁਣ ਸਮਝੇ ਨੇ, ਉਹ 5 ਗੁਣ ਸਨ ਸਮਾਜਿਕ ਨੈਤਿਕਤਾ, ਕਿ ਸਾਡੇ ਸਮਾਜ ਵਿੱਚ ਇਹੋ ਜਿਹੇ ਸਮਾਜ ਦੀ ਸਿਰਜਣਾ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਉਹ ਉੱਤੇ ਦੱਸੀਆਂ 5 ਚੀਜ਼ਾਂ ਘਟਦੀਆਂ ਹੋਣ। ਸਾਡੇ ਸਮਾਜ ਵਿੱਚ ਕੋਈ ਹੱਤਿਆ ਕਰਨ ਵਾਲਾ ਕਾਤਲ ਨਾ ਹੋਵੇ, ਸਾਡੇ ਸਮਾਜ ਵਿੱਚ ਸਾਰੇ ਸੱਚ ਬੋਲਣ ਵਾਲੇ ਹੋਣ, ਸਾਡੇ ਸਮਾਜ ਵਿੱਚ ਕੋਈ ਚੋਰੀ ਕਰਨ ਵਾਲਾ ਨਾ ਹੋਵੇ। ਇਤਿਆਦਿਕ ਉਹ 5 ਗੁਣ ਸਾਨੂੰ ਸਾਡੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਸਹਾਇਕ ਹੁੰਦੇ ਨੇ। ਇਹ ਜਿਹੜੇ ਅਗਲੇ 5 ਨਿਯਮ ਨੇ, ਇਹ ਇਖਲਾਕੀ ਗੁਣ ਨੇ ਔਰ ਵਿਅਕਤੀਗਤ ਰੂਪ ਵਿੱਚ ਸਾਡੇ ਪਰਸਨਲ ਤੌਰ ਤੇ ਅਸੀਂ ਕਿਹੜੀਆਂ ਚੀਜ਼ਾਂ ਨੂੰ ਧਾਰਨ ਕਰਨਾ ਹੈ, ਉਹਨਾਂ ਦੀ ਤਾਕੀਦ ਸਾਨੂੰ ਇਸ ਨਿਯਮ ਦੇ ਅੰਤਰਗਤ ਕੀਤੀ ਜਾ ਰਹੀ ਹੈ। ਆਪਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੇ ਨੰਬਰ ਤੇ ਹੈ ਪਵਿੱਤਰਤਾ। ਪਵਿੱਤਰਤਾ ਜਿਹੜੀ ਹੈ, ਇਸ ਨੂੰ ਹਿੰਦੀ ਵਿੱਚ ਸ਼ੌਚ ਆਖਦੇ ਨੇ। ਅਸੀਂ ਜਦੋਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹਦੇ ਹਾਂ ਤੇ ਇੱਕ ਬਹੁਤ ਵੱਡੀ ਕਨਫਿਊਜ਼ਨ ਖੜੀ ਹੁੰਦੀ ਹੈ। ਪਹਿਲੀ ਪੌੜੀ ਤੇ ਸੋਚੈ ਸੋਚ ਨਾ ਹੋਵਈ, ਬਸ ਇੱਥੇ ਹੀ ਅਸੀਂ ਰੁਕ ਜਾਂਦੇ ਹਾਂ, ਇਸ ਤੋਂ ਅੱਗੇ ਨਹੀਂ ਤੁਰਦੇ। 2 ਤਰ੍ਹਾਂ ਦੇ ਅਰਥ ਲੋਕ ਕਰਦੇ ਨੇ ਕਿ ਜੇ ਅਸੀਂ ਬਾਰ-ਬਾਰ ਸੋਚੀ ਜਾਈਏ ਇੱਕ ਗੱਲ ਨੂੰ ਤੇ ਅਸੀਂ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਦੇ। ਅਸੀਂ ਇੱਕ ਸੋਚ ਦੇ ਉੱਤੇ ਖੜੇ ਨਹੀਂ ਹੋ ਸਕਦੇ ਜੇ ਬਾਰ-ਬਾਰ ਸੋਚੀ ਜਾਈਏ। ਪਰ ਦੂਜੇ ਪਾਸੇ ਪ੍ਰੋਫੈਸਰ ਸਾਹਿਬ ਸਿੰਘ ਅਤੇ ਇਸ ਕਿਸਮ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਸੰਸਕ੍ਰਿਤ ਤੇ ਹਿੰਦੀ ਚੰਗੀ ਤਰ੍ਹਾਂ ਪੜ੍ਹੀ ਹੋਈ ਹੈ, ਉਹ ਲੋਕ ਆਖਦੇ ਨੇ ਇਸ ਦਾ ਜਿਹੜਾ ਮਤਲਬ ਹੈ ਸ਼ੌਚ ਦਾ, ਉਹ ਹੈ ਪਵਿੱਤਰਤਾ। ਤੇ ਪਵਿੱਤਰਤਾ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਪਵਿੱਤਰਤਾ ਮਨ ਦੀ ਹੁੰਦੀ ਹੈ, ਇੱਕ ਪਵਿੱਤਰਤਾ ਤਨ ਦੀ ਹੁੰਦੀ ਹੈ। ਸੋ ਇਸ ਨਿਯਮ ਦੇ ਅਧੀਨ ਅਸੀਂ ਪਹਿਲਾ ਗੁਣ ਜਿਹੜਾ ਸਿੱਖਣਾ ਵਿਅਕਤੀਗਤ ਰੂਪ ਵਿੱਚ, ਉਹ ਹੈ ਪਵਿੱਤਰਤਾ। ਪਵਿੱਤਰਤਾ 2 ਤਰ੍ਹਾਂ ਨਾਲ, ਮਨ ਦੀ ਅਤੇ ਤਨ ਦੀ। ਅੱਗੇ ਜਾ ਕੇ ਅਸੀਂ ਇਹਦਾ ਥੋੜਾ ਜਿਹਾ ਵਿਸਥਾਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਨੰਬਰ 2 ਤੇ ਹੈ ਸੰਤੋਖ। ਸੰਤੋਖ ਦਾ ਅਰਥ ਹੈ ਸੰਤੁਸ਼ਟ ਅਤੇ ਖੁਸ਼ ਰਹਿਣਾ। ਇਹ 2 ਚੀਜ਼ਾਂ, ਔਰ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਅੱਗੇ ਚੱਲ ਕੇ ਹਰ ਪੁਆਇੰਟ ਦੇ ਥੱਲੇ ਕੁਝ ਜੋ ਸਾਨੂੰ ਗੁਰਬਾਣੀ ਵਿੱਚ ਪ੍ਰਮਾਣ ਗੁਰੂ ਸਾਹਿਬਾਂ ਨੇ ਦਿੱਤੇ ਨੇ, ਉਹਨਾਂ ਦੇ ਆਧਾਰ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਗੇ ਹੈ ਤਪ। ਤਪ ਪੁਰਾਣੇ ਸਮੇਂ ਵਿੱਚ ਲੋਕ ਕਈ ਪ੍ਰਕਾਰ ਨਾਲ ਕਰਦੇ ਸਨ। ਕਈ ਪ੍ਰਕਾਰ ਤੋਂ ਮਤਲਬ ਅਗਨੀ ਦਾ ਤਪ,
जल दा तप, एक लत ते खड़े होके तप साधना करनी, बाहर दरख्तां नाल उल्टे लटक के तप साधना करनी, इत्यादक कर्म लोग करते सन। और वो कर्म सन अध्यात्मिकता दे नाम ते। पर सानू गुरबाणी में जिहड़ियां चीजां समझाईयां जा रहीआं ने, असीं वो समझण दी कोशिश करनी है कि की इहो जे तप नूं गुरमत विच कोई जगह है किते, उस नूं आपां अगे चल के समझांगे। पर तप दे मोटे जिहे अर्थ ने अपने आप नूं किसे अनुशासन विच रखना, किसे नियम दे विच ढाल के रखना, ਉਹਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰਨਾ। ਮਿਸਾਲ ਦੇ ਤੌਰ ਤੇ ਅਸੀਂ ਹਿੰਦੁਸਤਾਨ ਵਿੱਚ ਹੁੰਨੇ ਆ ਤੇ ਅਸੀਂ ਸੜਕ ਦੇ ਖੱਬੇ ਪਾਸੇ ਚੱਲਦੇ ਆ। ਅਸੀਂ ਇੱਥੇ ਆ ਜਾਂਦੇ ਆ ਅਮਰੀਕਾ ਵਿੱਚ, ਇੱਥੇ ਸਾਨੂੰ ਸੜਕ ਦੇ ਸੱਜੇ ਪਾਸੇ ਚੱਲਣਾ ਪੈਂਦਾ ਹੈ। ਇਹਨਾਂ ਨੇ ਇੱਕ ਨਿਯਮ ਬਣਾਇਆ, ਇੱਕ ਅਸੂਲ ਬਣਾਇਆ, ਔਰ ਜਿਹੜਾ ਅਸੂਲ ਸਾਰੇ ਸਮਾਜ ਉੱਤੇ, ਸਾਰੇ ਮੁਲਕ ਉੱਤੇ और हर किस्म दे, हर जाति दे, हर वर्ण दे, हर छोटे हर वड्डे उत्ते वो नियम लागू हुंदा है। इस नूं आखदे ने अनुशासन विच रहना, भाव सज्जे हथ चलना। अमेरिका दे लोकां वास्ते अमेरिकन अनुशासन विच रहना है। इसे तरह असीं अपनी जिंदगी विच ਜਿਹੜਾ ਆਪਣੇ ਲਈ ਅਨੁਸ਼ਾਸਨ ਘੜ ਲਈਏ, ਉਹਦੇ ਵਿੱਚ ਰਹਿਣਾ। ਜੇ ਅਸੀਂ ਇਸ ਅਨੁਸ਼ਾਸਨ ਦੀ ਪਾਲਣਾ ਨਾ ਕਰੀਏ, ਕਿਸੇ ਦਿਨ ਤੁਸੀਂ ਕਰਕੇ ਵੇਖਣਾ, ਮੈਂ ਤੇ ਨਹੀਂ ਕਹਿੰਦਾ ਤੁਸੀਂ ਕਰਨਾ, ਪਰ ਉਦਾਹਰਨ ਦੇ ਤੌਰ ਤੇ ਮੈਂ ਲੈ ਰਿਹਾ ਕਿ ਕੋਈ ਮਨੁੱਖ ਖੱਬੇ ਪਾਸੇ ਚੱਲ ਕੇ ਵੇਖੇ, ਉਹਨੂੰ ਪੁਲਿਸ ਵਾਲੇ ਉਸੇ ਵੇਲੇ ਫੜਨਗੇ, ਉਹਨੂੰ ਟਿਕਟ ਦੇਣਗੇ। ਹੋ ਸਕਦਾ ਹੈ ਮਨੁੱਖ ਆਪਣਾ ਤੇ ਕਿਸੇ ਦੂਸਰੇ ਦਾ ਕਿਸੇ ਐਕਸੀਡੈਂਟ ਰਾਹੀਂ ਨੁਕਸਾਨ ਵੀ ਕਰ ਬੈਠੇ। ਅਨੁਸ਼ਾਸਨ ਵਿੱਚੋਂ ਬਾਹਰ ਨਿਕਲ ਕੇ ਸਾਨੂੰ ਕੇਵਲ ਆਪਣਾ ਹੀ ਨਹੀਂ, ਸਗੋਂ ਦੂਜੇ ਦੀ ਜਾਨ ਦਾ ਖਤਰਾ ਵੀ ਮੁੱਲ ਲੈਣਾ ਪੈ ਸਕਦਾ ਹੈ। ਸੋ ਅਨੁਸ਼ਾਸਨ ਦੇ ਵਿੱਚ ਰਹਿਣਾ, ਇਸ ਨੂੰ ਤਪ ਸਾਧਨਾ ਸਿੱਖੀ ਵਿੱਚ ਮੰਨਿਆ ਜਾਂਦਾ ਹੈ। ਫਿਰ ਨੰਬਰ 4 ਤੇ ਹੈ ਆਤਮ ਚਿੰਤਨ ਕਰਨਾ। ਆਤਮ ਦਾ ਅਰਥ ਹੁੰਦਾ ਹੈ ਆਪਣਾ ਆਪ, चिंतन का अर्थ हुंदा है घोख करनी, अपने आप की पड़ताल करनी, सैल्फ स्टडी करना कि मैं किथे खड़ा हाँ, कि जेड़े पिछे 7 गुण 5 गुण यम दे अधीन ते 2 गुण भाई संतोख सिंह जी वाले असी सिखे ने, कि असी उन्हां उत्ते अमल करदे हां। इस नूं आखदे ने आत्म चिंतन करना, कि जेड़े गुण असीं अज इस नियम दे अंतर्गत सिख रहे हां, कि साडे उत्ते लागू हुंदे ने, कि साडे जीवन विच इन्हां विचों कोई गुण घटदा है कि नहीं घटदा, कि सारे ही घटदे ने कि कोई भी नहीं घटदा। सो इस चीज नूं समझना, इस नूं आखदे ने आत्म चिंतन करना, अपने आप नूं पड़तालना। नंबर 5 है ईश्वर प्रणिधान, जिसका मतलब है सरैंडर टू गॉड्स विल, रब दे हुक्म अगे अपने आप नूं समर्पित कर देना। वाहिगुरु जी के सामने अपने आप नूं पूर्ण तौर ते समर्पित करना। असीं वैसे ज्यादातर करदे की हां, गुरुद्वारे आके ते रब अगे ते गुरु अगे अरदास कर देने, महाराज सब कुछ तुहाडा ही है। पर जे सच्ची मुच्ची सब कुछ महाराज दा ही है, फिर साडे कोलों कोई चीज चली जाए, कोई माया निकल जाए, कोई परिवार विचों जी विछड़ जाए, कुछ अजिहा हो जाए, घटना घट जाए, जे सच्ची मुच्ची सब कुछ महाराज दा ही सी, फिर असीं रोंदे क्यों हां, असीं दुखी क्यों हुंदे हां, असीं विरलाप क्यों करते हैं कि आ मैं लुटिया गया, मेरे तो खोया गया, मेरा मारिया गया, क्यों इस तरह करते हैं। ਇਹਦਾ मतलब ये होया कि असीं सिर्फ गुरुद्वारे आके उतों उतों आखदे हां, जुबानी कलामी आखदे हां कि सब कुछ वाहगुरू जी तेरा ही है, पर कुछ भी वाहगुरू जी दा नहीं, सब कुछ ही सही मैने विच साडा अपना है।
जिदन सब कुछ वाहगुरु दा हो गया, उदन ते फिर गुरु अर्जन देव महाराज वाली जिंदगी साडी जिंदगी बन जाएगी। वो किस तरह हर खुशी विच, हर गमी विच सब कुछ वाहिगुरु जी दे समर्पित करके बैठे हुए ने, ईवन अपना शरीर भी। उलाहनो मैं काहू ना दियो, मन मीठ तुहारो कियो। हे वाहिगुरु जी, जो तेरे हुक्म विच मेरे नाल वापर रहा है, मैनू तेरी रजा इन्नी मिठी लगदी है कि मैं तेरे कीते हर कर्म नू खुशी खुशी अपने तन मन उत्ते सहन करदा हां, अते मैं मंद घटनावां दा किसे नू उलांभा भी नहीं देंदा। इस नू आखदे ने ईश्वर परायण होना। परायण दा अर्थ हुंदा है परना, परने दा अर्थ हुंदा है समर्पित दी भावना। परमात्मा दे समर्पित हो के रहना, ये जिहड़े 5 गुण ने, ये नियम दे अंतर्गत आउंदे ने। असी इन्हां नूं समझण दी कोशिश एक एक स्टैप करके करांगे। हुण असी पहले नंबर ते पवित्रता नूं समझदे हां। सतगुरु गुरु अमरदास महाराज जी ने जदों पवित्रता दी गल गुरबाणी विच कीती है, ते उन्हां ने सानूं 2 तरह नाल पवित्र होण दी ताकीद कीती है, मन करके अते तन करके। मन करके तन करके किवें पवित्र होना है? कि नहा लिया जाए, कि किसी सरोवर विच डुबकी लगाई जाए ते आख्या जे असीं अमृत विच इशनान कर लिया है, कि गुरुद्वारे दे बाहर किसी बने हुए चबच्चे विचों जिथों लोग पैर धो के लंघदे ने गंदे पानी की चुली भर के आख्या जाए अमृत पी लिया, हुण मैं अंदरों पवित्र हो गया। कि ये चीजां सानू गुरमत सिखाउंदी है कि सानू मना करदी है? ये गल्लां समझण दी अज जरूरत है। असीं सारे ही किसी ना किसी पखंड कर्म दे अधीन अपना जीवन जी रहे हुंदे हां। असीं धर्म दे नां हेठां इहो जिहियां कुरैतां कर रहे हुंदे हां ते असीं अपने आप नूं चंगे धर्मी सिद्ध होण दा जिहड़ा प्रमाण पत्र अपने कोल रखना चाहुंदे हां, इहो जिहे अनजाने विच कर्म कमा के। गुरु अमरदास महाराज आखदे ने जीओ निर्मल बाहरों निर्मल। पहला उन्होंने जीओ निर्मल होने की गल की है, बाहरों निर्मल बाद विच होएगा बंदा जे पहला जीओ निर्मल हो गया। जे असी मन करके निर्मल ना होए ते तन करके लख नहाउंदे फिरीए ते जिथे मर्जी नहाइए पए, भावें गंगा च इशनान करिए, भावें हेमकुंड इशनान करिए ते भावें अमृत सरोवर विच इशनान करिए, जिन्ना चिर असी अंदरों नहीं निर्मल हुंदे उन्ना चिर बाहरों निर्मल होने का सवाल ही पैदा नहीं हुंदा। इत्थे नहाउण धोण दी गल असल च हो ही नहीं रही कि असी नहा लिया तो साडा शरीर पवित्र हो गया, ये गल ही नहीं हो रही। क्योंकि गुरु अमरदास महाराज जी का जिहड़ा थल्ले वाला बचन है उसनूं पढ़ के वेखो, ਉਹਦੇ ਵਿੱਚ गुरु अमरदास साफ कहते ने मन मैला सब किछ मैला। जे मनुख दा मन विकारा करके मैला है ते ਇਹਦਾ सब कुछ ही मैला, ਇਹਦਾ हर कीता होया कर्म मैला है। इस दा नहाउणा धोना मैला, इस दा समाज विच विचर के जिंदगी विच कुछ कमाई करनी ਉਹ कर्म मैला, इस दा पुण्य दान करना मैला, इस दा लेना देना मैला, भाव सब कुछ मैला। जो कुछ भी ये मनुख कर्म करता है, जे ये मन करके बंदा मैला है ते दे सारे ही कीते हुए कर्म मैले ने। इत्थे गुरु साहब ने बड़ा क्लीयर कर दिता, तन धोता है मन हच्छा ना होए। हुण असीं इस नूं की समझे अज तक? और मैनू लगता है पढ़न वालियां ने अखां मीट के पढ़ के अगे लंघ गए, सुनने वालियां ते सुनिया ही नहीं होना कि भाई साहब ने पढ़िया की है, क्योंकि असीं 24-48 घंटिया पूरा पाठ पढ़ना होता है। इसलिए सानू समझ ही ना पई कि गुरु अमरदास महाराज ने लिखिया की है। जिदन तुसीं हौली हौली पाठ करन दे आदी हो जाओगे, उदन दा सारे गुण तुहाडे सामने प्रगट हो जाणगे
ਤੇ ਜਿੰਨਾ ਚਿਰ ਤੁਸੀਂ ਇਹ ਅਖੰਡ ਪਾਠ ਦੇ ਸਿਲਸਿਲੇ ਵਿੱਚ ਚੱਲਦੇ ਰਹੋਗੇ, 48 ਘੰਟਿਆਂ 'ਚ ਪੂਰਾ ਕਰਨਾ ਹੈ। ਵਿਚਾਰਿਆਂ ਪਾਠੀਆਂ ਨੇ ਉਹਨਾਂ ਪੈਸੇ ਲੈਣੇ ਨੇ ਤੇ ਉਹਨਾਂ ਨੇ ਤੇ ਦੱਬੀ ਜਾਣਾ, 2 ਘੰਟੇ 60 ਪੇਸ਼ ਕਰਨੇ ਹੀ ਕਰਨੇ ਨੇ। ਜੇ ਨਹੀਂ ਕਰਨਗੇ ਭੋਗ ਵਕਤ ਨਾਲ ਨਹੀਂ ਪੈਣਾ, ਭੋਗ ਵਕਤ ਨਾਲ ਨਾ ਪਿਆ ਤੇ ਤੁਸੀਂ ਨਾਰਾਜ਼ ਹੋਵੋਗੇ। ਸੋ ਇਹ ਸਾਰੀਆਂ ਮੁਸੀਬਤਾਂ ਨੇ। ਅਸੀਂ ਇਹਨਾਂ ਮੁਸੀਬਤਾਂ ਤੋਂ ਕਿਉਂ ਨਹੀਂ ਛੁਟਕਾਰਾ ਹਾਸਲ ਕਰਦੇ? ਸਾਨੂੰ ਇਹਨਾਂ ਮੁਸੀਬਤਾਂ ਨੂੰ ਇੱਕਦਮ ਛੱਡ ਦੇਣਾ ਚਾਹੀਦਾ ਹੈ ਔਰ ਉਹ ਕਰਮ ਕਰਨੇ ਚਾਹੀਦੇ ਨੇ ਜਿਹੜੇ ਕਰਮ ਸਾਡੇ ਮਨ ਨੂੰ ਨਿਰਮਲ ਕਰਦੇ ਹੋਣ। ਮਨ ਨਿਰਮਲ ਕਿਵੇਂ ਹੋਏਗਾ? ਗੁਰਬਾਣੀ ਨੂੰ ਸਹਿਜੇ ਸਹਿਜੇ ਪੜ੍ਹ ਕੇ, ਉਸ ਨੂੰ ਸਮਝ ਕੇ ਤੇ ਉਸ ਪੜ੍ਹਾਈ ਨੂੰ, ਉਸ ਸਮਝ ਨੂੰ ਜੀਵਨ ਵਿੱਚ ਅਪਣਾ ਕੇ ਸਾਡਾ ਮਨ ਨਿਰਮਲ ਹੋਏਗਾ। ਜਿਵੇਂ ਸਾਡਾ ਮਨ ਨਿਰਮਲ ਹੋਏਗਾ, ਸਾਡੇ ਜ਼ਿੰਦਗੀ ਦੇ ਸਾਰੇ ਕਰਮ ਹੀ ਨਿਰਮਲ ਹੋ ਜਾਣਗੇ। ਸੋ ਗੱਲ ਅਸਲ ਵਿੱਚ ਗੁਰੂ ਅਮਰਦਾਸ ਸਾਹਿਬ ਕਰਦੇ ਨੇ, ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਇ। ਸੰਸਾਰ ਵਿੱਚ ਕੋਈ ਵਿਰਲਾ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਕਿ ਅਸੀਂ ਅਸਲ ਵਿੱਚ ਮਨ ਕਰਕੇ ਮੈਲੇ ਹਾਂ ਤੇ ਧੋਈ ਤਨ ਜਾ ਰਹੇ ਹਾਂ, ਕਦੀ ਕਿਸੇ ਤੀਰਥ ਵਿੱਚ ਤੇ ਕਦੀ ਕਿਸੇ ਤੀਰਥ ਵਿੱਚ, ਕਦੀ ਕਿਸੇ ਸਾਬਣ ਨਾਲ ਤੇ ਕਦੀ ਕਿਸੇ ਸ਼ੈਂਪੂ ਨਾਲ ਅਸੀਂ ਆਹ ਕਰਮ ਕਰੀ ਜਾ ਰਹੇ ਹਾਂ। ਨਹਾਉਣਾ ਧੋਣਾ ਚਾਹੀਦਾ ਹੈ, ਪਰ ਇੱਥੇ ਗੱਲ ਹੋ ਰਹੀ ਹੈ ਸਾਡੇ ਕਰਮਾਂ ਦੀ। ਜੇ ਸਾਡੇ ਕਰਮ ਚੰਗੇ ਨਹੀਂ ਹਨ ਤੇ ਸਾਡਾ ਨਹਾਤਾ ਧੋਤਾ ਬਿਲਕੁਲ ਰੱਬ ਨੂੰ ਪ੍ਰਵਾਨ ਨਹੀਂ। ਜੇ ਸਾਡੇ ਕਰਮ ਚੰਗੇ ਨੇ, ਸਾਡਾ ਮਨ ਨਿਰਮਲ ਹੈ ਤੇ ਵਾਹਿਗੁਰੂ ਜੀ ਨੂੰ ਇਹ ਮੈਲਾ ਕੁਚੈਲਾ ਵੀ ਪ੍ਰਵਾਨ ਹੋ ਜਾਏਗਾ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਸਤਿਗੁਰ ਤੇ ਕਰਨੀ ਕਮਾਣੀ ਭਾਵ ਕੀ ਹੋਇਆ ਇਹਦਾ? ਜੋ ਸਤਿਗੁਰੂ ਤੋਂ ਸਿੱਖਿਆ ਸੁਣੀ, ਕਰਨੀ ਕਮਾਣੀ, ਉਸ ਕਰਨੀ ਨੂੰ ਕਮਾਉਣਾ ਹੈ ਜ਼ਿੰਦਗੀ ਵਿੱਚ। ਜਿੰਨਾ ਚਿਰ ਉਸ ਕਰਨੀ ਨੂੰ ਜੋ ਗੁਰੂ ਕੋਲੋਂ ਸੁਣੀ ਹੈ ਅਸਾਂ, ਉਹਨੂੰ ਜ਼ਿੰਦਗੀ 'ਚ ਕਮਾਵਾਂਗੇ ਨਹੀਂ ਤੇ ਅਸੀਂ ਨਾ ਜੀਉ ਨਿਰਮਲ ਹੋਵਾਂਗੇ ਤੇ ਨਾ ਹੀ ਬਾਹਰੋਂ ਨਿਰਮਲ ਹੋਵਾਂਗੇ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ। ਆਪਾਂ ਅੱਜ ਦੇ ਵਿਚਾਰ ਇੱਥੇ ਹੀ ਸੰਕੋਚ ਕਰਦੇ ਹਾਂ। ਆਉਣ ਵਾਲੇ ਸਮੇਂ ਵਿੱਚ ਆਪਾਂ ਇਸੇ ਜਗ੍ਹਾ ਤੋਂ ਵਿਚਾਰ ਅੱਗੇ ਪ੍ਰਾਰੰਭ ਕਰਕੇ ਫਿਰ ਅਗਲੇ ਜਿਹੜੇ ਹੋਰ ਗੁਣ ਨੇ ਜੋ ਸਾਨੂੰ ਸਿਖਾਏ ਜਾ ਰਹੇ ਨੇ, ਸੰਤੋਖ, ਤਪ, ਆਤਮ ਚਿੰਤਨ ਤੇ ਈਸ਼ਵਰ ਪ੍ਰਭੂ ਪ੍ਰਾਇਣ ਹੋਣਾ, ਇਹਨਾਂ ਨੂੰ ਹੌਲੀ ਹੌਲੀ ਅਸੀਂ ਇੱਕ ਇੱਕ ਪੁਆਇੰਟ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਅਸੀਂ ਗੁਰਬਾਣੀ ਵਿੱਚ ਆਈਆਂ ਇਹ ਵਿਚਾਰਧਾਰਾਵਾਂ ਨੂੰ ਸਮਝ ਕੇ ਜੀਵਨ ਵਿੱਚ ਅਪਣਾ ਕੇ ਆਪਣਾ ਜੀਵਨ ਚੰਗਾ ਸੁਚੱਜਾ ਜੀਓ ਤੇ ਬਾਹਰੋਂ ਨਿਰਮਲ ਬਣਾ ਸਕੀਏ। ਅੱਜ ਇੰਨੇ ਸ਼ਬਦ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।